ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਅਸੀਂ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਅਸੀਂ ਆਪਣੇ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਉਠਾ ਰਹੇ ਹੋਵੋਗੇ ਅਤੇ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦਾ ਆਤਮਿਕ ਲਾਭ ਵੀ ਮਿਲ ਰਿਹਾ ਹੋਵੇਗਾ। ਦੋਸਤੋ, ਅਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਕਿਵੇਂ ਯਹੂਦਾ ਪਰਮੇਸ਼ਰ ਦੀ ਭਵਿਸ਼ਵਾਣੀਆਂ ਦੀ ਅਣਗਹਿਲੀ ਕਰਕੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦਾ, ਸਗੋਂ ਪਰਮੇਸ਼ਰ ਦੇ ਨਬੀਆਂ ਦਾ ਤਿਰਸਕਾਰ ਕਰਦਾ, ਜਿਸ ਦਾ ਪਰਿਣਾਮ ਇਹ ਹੁੰਦਾ ਕਿ ਉਹ ਬਾਬੁਲ ਦੀ ਗੁਲਾਮੀ ਵਿੱਚ ਚਲਿਆ ਜਾਂਦਾ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਦਾਨੀਏਲ ਅਤੇ ਬਹੁਤ ਸਾਰੇ ਲੋਕਾਂ ਨੂੰ ਰਾਜਾ ਨਬੂਕਦਨੇਸਰ ਨੇ ਮਹਿਲ ਵਿੱਚ ਸੇਵਾ ਕਰਨ ਦੇ ਲਈ ਸਰੀਰਿਕ, ਮਾਨਸਿਕ ਅਤੇ ਸਮਾਜਿਕ ਮਾਪਦੰਡਾਂ ਦੇ ਉੱਤੇ ਵੀ ਪਰਖਿਆ। ਫਿਰ ਉਹਨਾਂ ਨੂੰ 3 ਸਾਲਾਂ ਤੱਕ ਬਾਬੁਲ ਦਾ ਸਕੂਲੀ ਪਾਠਕ੍ਰਮ ਪੜ੍ਹਾਇਆ ਗਿਆ ਤਾਂ ਜੋ ਬਾਬੁਲ ਦੀ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਦੇ ਨਾਲ ਚੰਗੀ ਤਰ੍ਹਾਂ ਜਾਣੂ ਹੋ ਜਾਣ, ਤਾਂ ਜੋ ਬਾਬੁਲ ਦੇ ਸੱਭਿਆਚਾਰ ਦੇ ਵਿੱਚ ਚੰਗੀ ਤਰ੍ਹਾਂ ਨਾਲ ਰਚ ਬਸ ਜਾਣ। ਹੁਣ ਅੱਗੇ ਚੱਲਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਅਧਿਐਨ ਨੂੰ ਜਾਰੀ ਰੱਖਾਂਗੇ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਅਧਿਐਨ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਭਜਨ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਜਿਹਨੇ ਧਰਤੀ ਆਕਾਸ਼ ਬਣਾਇਆ, ਤੇਰੇ ਪੈਰਾਂ ਨੂੰ ਦੇਵੇ ਖੁਲਾਰਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ। ਮੱਤੀ ਦੀ ਅੰਜੀਲ 2 ਅਧਿਆਇ ਵਿੱਚ ਜਦੋਂ ਸਾਨੂੰ ਦੱਸਿਆ ਗਿਆ ਹੈ ਕਿ ਉਹ ਜੋਸ਼ੀ ਮਨੁੱਖ ਜੋ ਯਿਸੂ ਨੂੰ ਮੱਥਾ ਟੇਕਣ ਆਏ ਸਨ, ਉਹ ਤਾਂ ਕਸਦੀ ਲੋਕ ਸਨ ਜੋ ਉਸ ਨੂੰ ਮੱਥਾ ਟੇਕਣ ਲਈ ਆਏ ਸਨ। ਇਹੋ ਹੀ ਹੈ ਜੋ ਉਹ ਪ੍ਰਸਿੱਧ ਸਿੱਖਿਆ ਦਾ ਕੇਂਦਰ ਉਸ ਵਕਤ ਸੀ। ਇਹ ਤਾਂ ਇੱਕ ਨੌਜਵਾਨ ਵਿਅਕਤੀ ਦੇ ਕਿਸੇ ਆਪ ਯੂਨੀਵਰਸਿਟੀ ਨੂੰ ਜਾਣ ਤੋਂ ਭਿੰਨ ਨਹੀਂ ਹੈ, ਜਿੱਥੇ ਕਿ ਉਹ ਇਹਨਾਂ ਸਾਰੀਆਂ ਆਮ ਚੀਜ਼ਾਂ ਦਾ ਅਧਿਐਨ ਕਰ ਰਿਹਾ ਹੋਵੇ। ਇਸ ਸਭ ਦੇ ਵਿੱਚ ਕੋਈ ਖਰਾਬੀ ਨਹੀਂ ਹੈ ਜੇਕਰ ਉਸ ਨੌਜਵਾਨ ਵਿਅਕਤੀ ਨੇ ਆਪਣੇ ਦਿਮਾਗ ਨੂੰ ਸਿੱਧਾ ਰੱਖਿਆ ਹੋਵੇ, ਉਸਨੇ ਘਰ ਵਿਖੇ ਨੇਕ ਸਿੱਖਿਆ ਪਾਈ ਹੋਵੇ ਅਤੇ ਉਹ ਅੱਛੀ ਜਾਣਕਾਰੀ ਦੇ ਵਿੱਚੋਂ ਗੈਰ ਜ਼ਰੂਰੀ ਚੀਜ਼ਾਂ ਨੂੰ ਅੱਡ ਕਰ ਸਕਦਾ ਹੋਵੇ। ਰਸੂਲਾਂ ਦੇ ਕਰਤੱਵ 7 ਅਧਿਆਇ ਉਸ ਦੀ 22 ਐਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਮੂਸਾ ਮਿਸਰੀਆਂ ਦੀ ਸਾਰੀ ਬੁੱਧ ਵਿੱਚ ਚਤਰ ਸੀ ਅਤੇ ਉਸ ਕੰਮਾਂ ਅਤੇ ਸ਼ਬਦਾਂ ਵਿੱਚ ਉਹ ਬਹੁਤ ਬੁੱਧੀਮਾਨ ਸੀ। ਜੀ ਹਾਂ, ਇਹ ਉਹਨਾਂ ਦਾ ਪਾਠਕ੍ਰਮ, ਭਾਸ਼ਾ, ਬੋਲੀ ਅਤੇ ਸਿੱਖਿਆ ਸੀ। ਨੰਬਰ 3, ਉਹਨਾਂ ਨੂੰ ਭਰਮਾਉਣ ਦੇ ਲਈ ਵਿਧੀ ਯੋਜਨਾ। ਹੁਣ ਤੀਸਰੀ ਗੱਲ ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ।
ਉਹਨਾਂ ਦੇ ਚੋਣ ਕੀਤੇ ਜਾਣ ਦੇ ਬਸ ਮਾਪਦੰਡ ਨੂੰ ਹੀ ਨਹੀਂ ਅਤੇ ਉਹਨਾਂ ਦੇ ਸਕੂਲੀ ਪਾਠਕ੍ਰਮ ਨੂੰ ਨਹੀਂ, ਬਲਕਿ ਉਹਨਾਂ ਨੂੰ ਭਰਮਾਏ ਜਾਣ ਦੀ ਵਿਧੀ ਯੋਜਨਾ ਉੱਤੇ ਗੌਰ ਕਰੋ। ਨਬੁਕਦਨਜ਼ਰ ਦਾ ਉਦੇਸ਼ ਉਹਨਾਂ ਨੂੰ ਬਸ ਇੱਕ ਅੱਛੀ ਸਿੱਖਿਆ ਦੇਣਾ ਹੀ ਨਹੀਂ ਸੀ, ਉਹ ਤਾਂ ਉਹਨਾਂ ਦੇ ਵਿਚਾਰਾਂ ਨੂੰ ਬਣਨ ਦੀ ਖੁਆਇਸ਼ ਰੱਖਦਾ ਸੀ ਤਾਂ ਕਿ ਉਹ ਇੱਕ ਬਾਬਲ ਦੇ ਮਨੁੱਖ ਦੀ ਤਰ੍ਹਾਂ ਸੋਚਣ। ਉਸਨੇ ਚਾਹਿਆ ਸੀ ਕਿ ਉਹ ਯਹੂਦੀਆਂ ਦੀ ਤਰ੍ਹਾਂ ਬਾਹਰੀ ਤੌਰ ਤੇ ਘੁੰਮਦੇ ਫਿਰਦੇ ਨਜ਼ਰ ਆਉਣ, ਪਰ ਅੰਦਰੂਨੀ ਤੌਰ ਤੇ ਉਹ ਬਾਬਲ ਦੇ ਲੋਕ ਹੋਣ। ਅਤੇ ਮੇਰੇ ਦੋਸਤੋ, ਇਹੋ ਹੀ ਹੈ ਜੋ ਕਿ ਜ਼ਿਆਦਾਤਰ ਵਿਸ਼ਵ ਵਿਦਿਆਲਿਆਂ ਵਿੱਚ ਪਾਇਆ ਜਾਂਦਾ ਹੈ। ਜੇਕਰ ਉਹ ਮਸੀਹ ਨੂੰ ਨਹੀਂ ਜਾਣਦੇ, ਉਹਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ। ਜੇਕਰ ਆਪ ਬਾਹਰੀ ਤੌਰ ਤੇ ਇੱਕ ਮਸੀਹੀ ਦਿਸਣ ਵਾਲੇ ਹੋਵੋ, ਜੇਕਰ ਉਹ ਬਸ ਆਪ ਨੂੰ ਸਿੱਖਿਆ ਦੇਣ ਕਿ ਅੰਦਰੂਨੀ ਤੌਰ ਤੇ ਕਿਵੇਂ ਇੱਕ ਮਨੁੱਖਵਾਦੀ ਦੀ ਤਰ੍ਹਾਂ ਸੋਚਣਾ ਹੁੰਦਾ ਹੈ। ਭਾਗ ਊੜਾ ਨਪੁੰਸਕਤਾ। ਇਹ ਉਹਨਾਂ ਦੀ ਯੋਜਨਾ ਸੀ। ਇਹ 3 ਤਰ੍ਹਾਂ ਦੀ ਯੋਜਨਾ ਸੀ। ਸਭ ਤੋਂ ਪਹਿਲਾਂ, ਜਿਵੇਂ ਕਿ ਇਹ ਜਿੰਨਾ ਜ਼ਿਆਦਾ ਮੁਸ਼ਕਲ ਇਸ ਦੇ ਬਾਰੇ ਗੱਲ ਕਰਨਾ ਹੈ, ਇਹ ਉਨਾ ਹੀ ਭਿਆਨਕ ਇਸ ਦੇ ਬਾਰੇ ਸੋਚਣਾ ਹੈ। ਉਹਨਾਂ ਦੀ ਪਹਿਲੀ ਯੋਜਨਾ ਨਪੁੰਸਕ ਬਣਾਉਣਾ ਸੀ। ਬਾਈਬਲ ਬਾਣੀ ਆਖਦੀ ਹੈ ਕਿ ਇਹਨਾਂ ਮਨੁੱਖਾਂ ਨੂੰ ਨਪੁੰਸਕ ਬਣਾਇਆ ਗਿਆ ਸੀ। ਦਾਨੀਅਲ ਅਤੇ ਉਸ ਦੇ ਦੋਸਤਾਂ ਨੂੰ ਨਪੁੰਸਕ ਬਣਾਇਆ ਗਿਆ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਮਨੁੱਖ ਅਕਸਰ ਰਾਜੇ ਦੇ ਜਨਾਨੇ ਖਾਨੇ ਦੀ ਦੇਖਭਾਲ ਕਰਨ ਦੇ ਲਈ ਲਗਾਏ ਜਾਂਦੇ ਸਨ। ਉਹ ਇੱਕ ਨੌਜਵਾਨ ਮਨੁੱਖ ਨੂੰ ਲਿਆਉਂਦੇ ਸਨ ਤਾਂ ਕਿ ਉਹ ਉਹਨਾਂ ਦੇ ਆਗੂਆਂ ਦੇ ਅਧੀਨ ਉਹਨਾਂ ਨੂੰ ਬਣਾਉਣ, ਅਤੇ ਇਹ ਉਹਨਾਂ ਤੋਂ ਉਹਨਾਂ ਦੇ ਆਪਣੇ ਖੁਦ ਦੇ ਪਰਿਵਾਰ ਘਰਾਣੇ ਦੀ ਰੱਖਣ ਦੀ ਸੁਭਾਵਨਾ ਨੂੰ ਉਹਨਾਂ ਤੋਂ ਦੂਰ ਕਰ ਦੇਣਗੇ, ਅਤੇ ਉਹਨਾਂ ਦੇ ਆਪਣੇ ਘਰਾਂ ਦੀ ਸੁਭਾਵਨਾ ਤੋਂ ਵੀ, ਤਾਂ ਕਿ ਕੋਈ ਵੀ ਮਨੁੱਖ ਇਹੋ ਜਿਹਾ ਨਾ ਹੋਵੇ ਜੋ ਉਹਨਾਂ ਦੇ ਜੀਵਨ ਵਿੱਚ ਖਾਸ ਹੋਵੇ। ਇੱਕੋ ਇੱਕ ਖਾਸ ਮਨੁੱਖ ਇਹਨਾਂ ਮਨੁੱਖਾਂ ਦੇ ਜੀਵਨਾਂ ਵਿੱਚ ਉਹ ਰਾਜਾ ਹੀ ਹੋਣਾ ਸੀ। ਭਾਗ ਐੜਾ ਜ਼ਿੰਮੇਵਾਰੀਆਂ। ਦੂਸਰੀ ਗੱਲ ਨਪੁੰਸਕਤਾ ਦੇ ਨਾਲ ਨਾਲ ਜ਼ਿੰਮੇਵਾਰੀ ਸੀ। ਕਦੇ ਕਦੇ ਅਸੀਂ ਨਹੀਂ ਸਮਝਦੇ ਕਿ ਇਹ ਸਭ ਕੀ ਹੋ ਰਿਹਾ ਹੈ। ਜਦੋਂ ਰਾਜੇ ਨੇ ਉਹਨਾਂ ਦੇ ਲਈ ਆਪਣੇ ਭੋਜਨ ਅਤੇ ਆਪਣੇ ਖਾਣ ਦੇ ਵਿੱਚੋਂ ਅਤੇ ਪੀਣ ਦੇ ਵਿੱਚੋਂ ਉਹਨਾਂ ਨੂੰ ਉਪਲਬਧ ਕਰਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਹ ਸਭ ਕੀ ਵਾਪਰ ਰਿਹਾ ਸੀ। ਰਾਜਾ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦੇ ਸਥਾਨ ਦੇ ਵਿੱਚ ਲਿਆਉਣ ਦੀ ਖੁਆਇਸ਼ ਰੱਖਦਾ ਸੀ। ਉਸਨੇ ਉਹਨਾਂ ਨੂੰ ਆਪਣੇ ਸਵਾਦਲੇ ਭੋਜਨ ਦੀ ਸੂਚੀ ਦੇ ਵਿੱਚੋਂ ਦੇਣ ਦੀ ਖੁਆਇਸ਼ ਰੱਖੀ ਸੀ। ਉਹ ਚਾਹੁੰਦਾ ਸੀ ਕਿ ਉਹ ਉਸ ਦੇ ਮਹਿਲ ਦੇ ਅੱਛੇ ਕੰਮਾਂ ਦੇ ਆਦੀ ਹੋ ਜਾਣ, ਤਾਂ ਕਿ ਉਹ ਆਪਣੇ ਜੀਵਨ ਦੇ ਪੁਰਾਣੇ ਤੌਰ ਤਰੀਕੇ ਦੇ ਵਿੱਚ ਵਾਪਸ ਜਾਣ ਦੇ ਲਈ ਕਦੇ ਵੀ ਖੁਸ਼ ਨਾ ਹੋਣ। ਮਨੁੱਖੋ ਅਤੇ ਔਰਤੋ, ਜੋ ਕੁਝ ਉਸਨੇ ਸਭ ਤੋਂ ਵੱਧ ਕੇ ਚਾਹਿਆ ਸੀ, ਉਹ ਸੀ ਉਹਨਾਂ ਨੂੰ ਆਪਣੀ ਜੀਵਨ ਸ਼ੈਲੀ ਉਹਨਾਂ ਤੋਂ ਅਪਣਾਉਣੀ ਅਤੇ ਉਹਨਾਂ ਨੂੰ ਆਪਣੇ ਪ੍ਰਤੀ ਜ਼ਿੰਮੇਵਾਰ ਬਣਾਉਣਾ। ਜੇਕਰ ਆਪਨੇ ਕਦੇ ਵੀ ਦੂਸਰਿਆਂ ਦੀ ਪੁਰਾਣੀ ਸੋਚ ਨੂੰ ਕੱਢ ਕੇ ਨਵੀਂ ਸੋਚ ਵਿੱਚ ਲਗਾਉਣ ਦੀਆਂ ਵਿਧੀਆਂ ਦਾ ਅਧਿਐਨ ਕੀਤਾ ਹੈ, ਤਦ ਠੀਕ ਇਹੋ ਹੀ ਵਰਪਦਾ ਹੈ। ਭਾਗ ਈੜੀ। ਅਸੀਂ ਇਸ ਨੂੰ ਨਪੁੰਸਕਤਾ ਅਤੇ ਜ਼ਿੰਮੇਵਾਰੀ ਦੇ ਬਾਰੇ ਹੀ ਨਹੀਂ ਪੜ੍ਹਦੇ, ਪਰ ਤੀਸਰੀ ਗੱਲ ਮੈਂ ਚਾਹੁੰਦਾ ਹਾਂ ਕਿ ਆਪ ਗੌਰ ਕਰੋ ਕਿ ਇਹ ਸਹੀ ਮਜ਼ਬੂਤ ਕਰਨਾ 7ਵੀਂ ਐਤ ਸਾਨੂੰ 4 ਇਬਰਾਨੀਆਂ ਬੱਚਿਆਂ ਦੇ ਨਾਮਾਂ ਬਾਰੇ ਦੱਸਦੀ ਹੈ, ਜਿਨ੍ਹਾਂ ਨੂੰ ਬਾਬਲ ਨੂੰ ਲਿਜਾਇਆ ਗਿਆ ਸੀ। ਗੌਰ ਕਰੋ ਕਿ ਬਾਈਬਲ ਬਾਣੀ ਆਖਦੀ ਹੈ ਕਿ ਇਹ 4 ਇਬਰਾਨੀ ਬੱਚੇ ਉਹਨਾਂ ਵਿੱਚੋਂ ਸਨ ਜਿਨ੍ਹਾਂ ਲੋਕਾਂ ਨੂੰ ਬਾਬਲ ਨੂੰ ਲਿਆਂਦਾ ਗਿਆ ਸੀ। ਇਸੇ ਤਰ੍ਹਾਂ ਹੀ ਅਸੀਂ ਜਾਣਦੇ ਹਾਂ, ਬਸ ਇਹਨਾਂ 4 ਤੋਂ ਵੱਧ ਕੇ ਵੀ ਲੋਕ ਉਹਨਾਂ ਵਿੱਚ ਪਾਏ ਜਾਂਦੇ ਸਨ। ਹੁਣ ਇਹਨਾਂ 4 ਯਹੂਦੀ ਲੜਕਿਆਂ ਵਿੱਚੋਂ ਹਰੇਕ ਦਾ ਇੱਕ ਪਰਮੇਸ਼ਰ ਨਾਲ ਜੁੜਿਆ ਹੋਇਆ ਨਾਮ ਸੀ। ਦਾਨੀਅਲ ਦਾ ਅਰਥ ਹੈ ਪਰਮੇਸ਼ਰ ਮੇਰਾ ਨਿਆਂ ਕਰਨ ਵਾਲਾ। ਹਨਨਿਆ ਦਾ ਅਰਥ ਹੈ ਯਹੋਵਾ ਕਿਰਪਾਲੂ। ਮਿਸ਼ਾਇਲ ਦਾ ਅਰਥ ਹੁੰਦਾ ਹੈ ਪਰਮੇਸ਼ਰ ਵਰਗਾ ਹੋਰ ਕੌਣ। ਅਜਰਜਾਰ ਦਾ ਅਰਥ ਹੁੰਦਾ ਹੈ ਯਹੋਵਾ ਮੇਰਾ ਸਹਾਇਕ ਹੈ। ਇਹਨਾਂ ਨਾਮਾਂ ਵਿੱਚੋਂ ਹਰੇਕ ਆਪਣੇ ਆਪ ਵਿੱਚ ਯਾ ਸ਼ਬਦ ਦੇ ਨਾਲ ਜੁੜਿਆ ਹੋਇਆ ਸੀ, ਜੋ ਕਿ ਯਹੋਵਾ ਦੇ ਲਈ ਹੈ, ਜਾਂ ਫਿਰ ਐਲ ਸ਼ਬਦ ਦੇ, ਜੋ ਕਿ ਪਰਮੇਸ਼ਰ ਦੇ ਲਈ ਹੈ। ਇਹ ਉਹ ਨਾਮ ਸਨ ਜੋ ਕਿ ਯਹੋਵਾ ਜਾਂ ਅਦੋਨੀ ਨਾਮ ਦੇ ਆਪਣੇ ਆਪ ਵਿੱਚ ਨਿਕਟਵਰਤੀ ਵਚਨ ਸਨ। ਇਹ ਪਰਮੇਸ਼ਰ ਨਾਲ ਜੁੜੇ ਹੋਏ ਸਨ, ਜਿਸ ਦਾ ਯਹੂਦੀਆਂ ਦੇ ਲਈ ਮਹਾਨ ਅਰਥ ਹੁੰਦਾ ਸੀ। ਹੁਣ ਗੌਰ ਕਰੋ ਅੱਗੇ ਕੀ ਵਰਪਿਆ ਸੀ। ਨਬੁਕਦਨਜ਼ਰ ਨੇ ਇਹਨਾਂ 4 ਨੂੰ ਬਾਬਲ ਨੂੰ ਲਿਆਂਦਾ ਅਤੇ ਪਹਿਲਾ ਕੰਮ ਜੋ ਉਸਨੇ ਕੀਤਾ ਸੀ, ਉਹ ਸੀ ਉਹਨਾਂ ਦੇ ਨਾਮਾਂ ਨੂੰ ਬਦਲਣਾ। ਉਸਨੇ ਦਾਨੀਅਲ ਨੂੰ, ਜਿਸ ਦਾ ਅਰਥ ਹੁੰਦਾ ਹੈ ਪਰਮੇਸ਼ਰ ਮੇਰਾ ਨਿਆਂ ਕਰਨ ਵਾਲਾ, ਬਦਲ ਕੇ ਬਲੇਸ਼ਰ ਰੱਖਿਆ, ਜਿਸ ਦਾ ਅਰਥ ਹੁੰਦਾ ਹੈ ਬਾਲ ਦੇ ਖਜ਼ਾਨਿਆਂ ਦੀ ਰੱਖਿਆ ਕਰਨ ਵਾਲਾ, ਜਾਂ ਫਿਰ ਬਾਲ ਮੇਰੇ ਜੀਵਨ ਦੀ ਰੱਖਿਆ ਕਰ। ਉਸਨੇ ਦਾਨੀਅਲ ਦਾ ਨਾਮ ਬਦਲ ਦਿੱਤਾ ਸੀ, ਜੋ ਕਿ ਪਰਮੇਸ਼ਰ ਦੇ ਨਾਲ ਸੰਬੰਧਿਤ ਸੀ, ਤਾਂ ਕਿ ਇਹ ਇੱਕ ਗੈਰ ਕੌਮ ਦੇ ਦੇਵਤਾ ਬਾਲ ਦੇ ਨਾਲ ਜੁੜਿਆ ਹੋਵੇ। ਅਤੇ ਫਿਰ ਉਸਨੇ ਹਨਨਿਆ, ਜਿਸ ਦਾ ਅਰਥ ਹੁੰਦਾ ਹੈ ਯਹੋਵਾ ਕਿਰਪਾਲੂ ਹੈ, ਨੂੰ ਬਦਲ ਕੇ ਸ਼ਦਰਕ ਰੱਖਿਆ, ਜਿਸ ਦਾ ਅਰਥ ਹੁੰਦਾ ਹੈ ਰਾਜ ਪਲਟੇ ਦਾ ਹੁਕਮ, ਜਾਂ ਮਰਦੂਕ ਭੌ ਬਾਬਲ ਦੇ ਲੋਕਾਂ ਦਾ ਇੱਕ ਚੰਦਰ ਦੇਵਤਾ।
ਫਿਰ ਉਸਨੇ ਮਿਸ਼ਾਇਲ ਦਾ ਨਾਮ, ਜਿਸ ਦਾ ਅਰਥ ਹੁੰਦਾ ਹੈ ਪਰਮੇਸ਼ਰ ਵਰਗਾ ਕੌਣ, ਬਦਲ ਕੇ ਮੇਸ਼ਕ ਰੱਖਿਆ, ਜੋ ਕਿ ਸ਼ਾਕ ਦੇਵੀ ਦੇ ਨਾਲ ਸੰਬੰਧਿਤ ਸੀ। ਫਿਰ ਉਸਨੇ ਅਜ਼ਰਜਾਹ ਦਾ ਨਾਮ, ਜਿਸ ਦਾ ਅਰਥ ਹੁੰਦਾ ਹੈ ਪ੍ਰਭੂ ਮੇਰਾ ਸਹਾਇਕ, ਉਸ ਦੇ ਨਾਮ ਨੂੰ ਬਦਲ ਕੇ ਅਬਦਨਗੋ ਰੱਖਿਆ, ਭੌਮ ਚਮਕਤੀ ਅੱਗ। ਇਹ ਅੱਗ ਦੇ ਦੇਵਤਾ ਦੇ ਨਾਲ ਜੁੜਿਆ ਹੋਇਆ ਨਾਮ ਸੀ। ਦਾਨੀਅਲ ਸਾਰੀ ਯੋਜਨਾ ਦੇ ਉਦੇਸ਼ ਇਹਨਾਂ ਨੌਜਵਾਨ ਮਨੁੱਖਾਂ ਨੂੰ ਬਾਬਲ ਦੇ ਸੱਭਿਆਚਾਰ ਵਿੱਚ ਸਥਾਪਿਤ ਕਰਨਾ ਸੀ, ਤਾਂ ਕਿ ਉਹ ਹੁਣ ਉਹਨਾਂ ਨੂੰ ਜੋ ਕੁਝ ਵੀ ਉਹ ਪਹਿਲਾਂ ਰੱਖਦੇ ਸਨ ਉਸ ਦੀ ਕੋਈ ਯਾਦ ਨਾ ਆਵੇ। ਉਹਨਾਂ ਨੂੰ ਉਹ ਸਭ ਭੁਲਾਉਣ ਦੇ ਲਈ ਜੋ ਕੁਝ ਪਿੱਛੇ ਉਹਨਾਂ ਦੇ ਘਰਾਂ ਦੇ ਵਿੱਚ ਰਹਿ ਗਿਆ ਸੀ, ਜਿਸ ਦੇ ਪ੍ਰਤੀ ਉਹ ਸਮਰਪਿਤ ਸਨ, ਤਾਂ ਕਿ ਉਹ ਹੈਕਲ ਨੂੰ ਭੁੱਲ ਜਾਣ, ਆਪਣੇ ਮਸੀਹੀ ਘਰਾਂ ਨੂੰ ਭੁੱਲ ਜਾਣ, ਉਹਨਾਂ ਦੀਆਂ ਜੀਵਨ ਸ਼ੈਲੀਆਂ ਨੂੰ ਭੁੱਲ ਜਾਣ, ਅਤੇ ਉਹ ਸਭ ਜੋ ਪਰਮੇਸ਼ਰ ਪ੍ਰਸਤ ਯਹੂਦੀ ਬੱਚਿਆਂ ਵਜੋਂ ਉਹਨਾਂ ਦਾ ਹੈ ਸੀ। ਮੈਂ ਆਪ ਨੂੰ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ ਜੋ ਕਿ ਰੋਚਕ ਹੈ। 70 ਸਾਲ ਬੀਤ ਜਾਂਦੇ ਹਨ ਜਦੋਂ ਕਿ ਉਹਨਾਂ ਦੇ ਵਿਚਾਰਾਂ ਨੂੰ, ਪੁਰਾਣੇ ਵਿਚਾਰਾਂ ਨੂੰ ਬਦਲ ਕੇ ਨਵੀਂ ਸੋਚ ਉਹਨਾਂ ਨੂੰ ਦਿੱਤੀ ਗਈ ਸੀ, ਅਤੇ ਅਸੀਂ ਦਾਨੀਅਲ ਨੂੰ ਪ੍ਰਾਰਥਨਾ ਕਰਦੇ ਵੇਖਦੇ ਹਾਂ ਕਿ ਆਪ ਜਾਣਦੇ ਹੋ ਉਹ ਹੀ ਕਰਦਾ ਹੈ। ਉਹ ਯਰੂਸ਼ਲਮ ਵੱਲ ਆਪਣਾ ਸਿਰ ਝੁਕਾਉਂਦਾ ਹੈ। ਉਸ ਨੇ ਕਦੇ ਵੀ ਉਹ ਸਭ ਨਹੀਂ ਭੁੱਲਿਆ ਸੀ ਕਿ ਉਸ ਨੇ ਭੁਲਾਇਆ ਸੀ। ਜੇਕਰ ਆਪ ਕਿਸੇ ਬਰਕਤ ਦੀ ਖੁਆਇਸ਼ ਰੱਖਦੇ ਹੋ ਤਦ ਜ਼ਬੂਰ 137 ਨੂੰ ਪੜ੍ਹੋ ਅਤੇ ਇਸ ਭਜਨ ਦੇ ਸ਼ਬਦਾਂ ਨੂੰ, ਜੋ ਕਿ ਦੁਖਦਾਈ ਢੰਗ ਦੇ ਨਾਲ ਉਸ ਸਭ ਦਾ ਵਰਣਨ ਕਰਦੇ ਸਨ ਜੋ ਕੁਝ ਬਾਬਲ ਦੇ ਲੋਕਾਂ ਵਿਚਕਾਰ ਵਰਪਿਆ ਸੀ, ਜਦੋਂ ਕਿ ਯਹੂਦੀ ਉੱਥੇ ਲਿਜਾਏ ਗਏ ਸਨ, ਜੋ ਕਦੇ ਵੀ ਯਰੂਸ਼ਲਮ ਨੂੰ ਨਹੀਂ ਸਨ ਭੁੱਲੇ। ਅਤੇ ਉਹਨਾਂ ਨੇ ਆਖਿਆ ਸੀ, ਹੇ ਪਰਮੇਸ਼ਰ, ਜੇ ਮੈਂ ਯਰੂਸ਼ਲਮ ਨੂੰ ਭੁੱਲ ਜਾਵਾਂ ਤਦ ਇਹ ਮੇਰਾ ਸੱਜਾ ਹੱਥ ਭੁੱਲਣ ਦੀ ਤਰ੍ਹਾਂ ਹੋਵੇਗਾ। ਮੈਂ ਕਦੇ ਵੀ ਯਰੂਸ਼ਲਮ ਨੂੰ ਨਹੀਂ ਭੁੱਲਾਂਗਾ। ਆਪ ਵੇਖਦੇ ਹੋ, ਇਹਨਾਂ ਲੋਕਾਂ ਨੇ ਇੱਕ ਕਠੋਰ ਸ਼ਬਦ ਸਿੱਖਿਆ ਸੀ। ਉਹਨਾਂ ਨੇ ਇਹ ਸਿੱਖਿਆ ਸੀ ਕਿ ਉਹ ਇਬਰਾਨੀਆਂ ਦੇ ਨਾਮਾਂ ਨੂੰ ਬਦਲ ਸਕਦੇ ਸਨ, ਪਰ ਉਹ ਬਸ ਉਹਨਾਂ ਦੇ ਸੁਭਾਅ ਨੂੰ ਨਹੀਂ ਸੀ ਬਦਲ ਸਕਦੇ। ਉਹਨਾਂ ਨੇ ਇਹ ਸਿੱਖਿਆ ਸੀ ਕਿ ਉਹ ਉਹਨਾਂ ਨੂੰ ਯਹੂਦੀ ਬੱਚਿਆਂ ਦੇ ਨਾਮਾਂ ਨੂੰ ਬਾਬਲ ਦੇ ਦੇਵਤਿਆਂ ਵਾਂਗੂ ਸੁਣੇ ਜਾਂਦੇ ਬਣਾ ਸਕਦੇ ਸਨ, ਪਰ ਉਹ ਉਹਨਾਂ ਨੂੰ ਬਾਬਲ ਦੇਵਤਿਆਂ ਦੀ ਅਗਵਾਈ ਦੇ ਅਧੀਨ ਰਹਿਣ ਲਈ ਮਜ਼ਬੂਤ ਨਹੀਂ ਸੀ ਕਰ ਸਕਦੇ। ਇਸ ਬਾਰੇ ਸੋਚੋ, ਇੱਕ 14 ਸਾਲ ਦਾ ਲੜਕਾ ਇਸ ਸੱਭਿਆਚਾਰ ਦੇ ਵਿੱਚ ਭੇਜਿਆ ਗਿਆ ਅਤੇ ਉਸ ਨੂੰ ਇਹਨਾਂ ਪ੍ਰਵਾਹ ਦੇ ਹੇਠਾਂ ਰੱਖਿਆ ਗਿਆ ਅਤੇ ਇਹਨਾਂ ਦਬਾਵਾਂ ਦੇ ਅਧੀਨ ਉਸ ਨੂੰ ਕੀਤਾ ਗਿਆ, ਅਤੇ ਉਸ ਤੋਂ ਇਹ ਆਸ ਕੀਤੀ ਗਈ ਸੀ ਕਿ ਉਹ ਆਪਣੇ ਪਰਮੇਸ਼ਰ ਦੇ ਵਿੱਚ ਆਪਣੀ ਨੇਚਾ ਨੂੰ ਬਣਾਈ ਰੱਖੇ ਅਤੇ ਭ੍ਰਸ਼ਟ ਨਾ ਹੋਵੇ। ਨੰਬਰ 3, ਮਹਾਨ ਫੈਸਲਾ। ਦਾਨੀਅਲ ਪਹਿਲਾ ਅਧਿਆਇ ਉਹਦੀ 8 ਐਤ, ਭਾਗ ਊੜਾ, ਸਫਲ ਹੋਣ ਦਾ ਫੈਸਲਾ ਕਰਨਾ। ਅਸੀਂ 8ਵੀਂ ਐਤ ਤੋਂ ਕੋਲ ਆਉਂਦੇ ਹਾਂ ਅਤੇ ਮਹਾਨ ਫੈਸਲੇ ਨਾਲ ਸੰਬੰਧਿਤ ਇਹ ਜੋ ਐਤ ਹੈ, ਇਹ ਇੱਕ ਭਿੰਨਤਾ ਦੇ ਨਾਲ ਸ਼ੁਰੂ ਹੁੰਦੀ ਹੈ। ਪਰ ਦਾਨੀਅਲ ਨੇ ਆਪਣੇ ਮਨ ਵਿੱਚ ਮਨਸ਼ਾ ਬੰਨੀ, ਉਸਨੇ ਆਪਣਾ ਮਨ ਬਣਾ ਲਿਆ, ਉਸਨੇ ਆਪਣੇ ਦਿਲ ਵਿੱਚ ਇਸ ਨੂੰ ਟਿਕਾ ਲਿਆ। ਉਸਨੇ ਬਾਬਲ ਦੀ ਸਾਰੀ ਸ਼ਕਤੀ ਤੋਂ ਇਨਕਾਰ ਕੀਤਾ, ਨਮੁਕਦਨਜ਼ਰ ਦੀ ਸਾਰੀ ਨੀਤੀ ਤੋਂ, ਸਾਰੀ ਸੰਸਕ੍ਰਿਤ ਬੁੱਧ ਤੋਂ, ਤੇ ਜੋ ਕੁਝ ਇਹ ਸੰਸਾਰ ਉਸ ਨੂੰ ਦੇ ਸਕਦਾ ਸੀ ਅਤੇ ਇਸ ਦੀ ਪ੍ਰਾਪਤ ਕੀਤਾ ਹੋਇਆ ਧਨ। ਇੱਕ ਮਨੁੱਖ ਇਸ ਸਭ ਦੇ ਵਿਰੁੱਧ ਆ ਖੜਾ ਹੋਇਆ। ਉਸਨੇ ਆਖਿਆ, ਨਹੀਂ, ਮੈਂ ਇਹ ਨਹੀਂ ਕਰਾਂਗਾ, ਅਤੇ ਉਹ ਸਿਰਫ 14 ਸਾਲਾਂ ਦਾ ਸੀ। ਦਾਨੀਅਲ ਨੇ 2 ਕਾਰਨਾਂ ਕਰਕੇ ਰਾਜੇ ਦੇ ਖਾਨ ਦੇ ਉੱਤੇ ਇੱਕ ਲਾਈਨ ਖਿੱਚੀ ਸੀ। ਸਭ ਤੋਂ ਪਹਿਲਾਂ ਉਹ ਜਾਣਦਾ ਸੀ ਕਿ ਇਹ ਜੋ ਭੋਜਨ ਸੀ, ਇਹ ਯਹੂਦੀ ਭਵਿਸ਼ਤਾ ਦੀ ਮੰਗਾਂ ਨੂੰ ਪੂਰਾ ਕਰਨ ਵਾਲਾ ਭੋਜਨ ਨਹੀਂ ਸੀ। ਹੁਣ ਅਸੀਂ ਇਸ ਉੱਤੇ ਹੱਸਦੇ ਹਾਂ, ਪਰ ਇਹ ਤਾਂ ਸੱਚ ਹੀ ਸੀ। ਉਹ ਉਸ ਭੋਜਨ ਨੂੰ ਨਹੀਂ ਸੀ ਖਾ ਸਕਦਾ। ਇਹ ਉਹਨਾਂ ਸਾਰੇ ਭੋਜਨਾਂ ਨਾਲ ਸੰਬੰਧਿਤ ਨਿਯਮਾਂ ਨੂੰ ਪੂਰਾ ਨਹੀਂ ਸੀ ਕਰ ਸਕਦਾ ਜਿਨ੍ਹਾਂ ਦਾ ਉਹ ਆਦੀ ਸੀ। ਉਹ ਜਾਣਦਾ ਸੀ ਕਿ ਇਹ ਉਸ ਨੂੰ ਭ੍ਰਸ਼ਟ ਕਰੇਗਾ, ਇਹ ਅਸ਼ੁੱਧ ਹੋਵੇਗਾ। ਉਹ ਇਹ ਵੀ ਜਾਣਦਾ ਸੀ ਕਿ ਬਾਬਲ ਵਿੱਚੋਂ ਜਦੋਂ ਰਾਜੇ ਦੇ ਭੋਜਨ ਤਿਆਰ ਕੀਤੇ ਜਾਂਦੇ ਸਨ, ਇਸ ਤੋਂ ਪਹਿਲਾਂ ਕਿ ਉਸ ਦੇ ਖਾਣ ਵਾਲੇ ਭੋਜਨ ਅਤੇ ਉਸ ਦੇ ਪੀਣ ਵਾਲੀਆਂ ਚੀਜ਼ਾਂ ਨੂੰ ਰਾਜੇ ਦੇ ਮੇਜ਼ ਦੇ ਅੱਗੇ ਲਗਾਇਆ ਜਾਵੇ, ਇਸ ਤੋਂ ਪਹਿਲਾਂ ਉਹ ਸਭ ਉਸ ਮੁਲਕ ਦੇ ਬੁੱਤ ਦੇ ਅੱਗੇ ਚੜਾਏ ਜਾਂਦੇ ਸਨ। ਦਾਨੀਅਲ ਉਸ ਵਿੱਚੋਂ ਨਹੀਂ ਖਾਣਾ ਚਾਹੁੰਦਾ ਸੀ ਜੋ ਕਿ ਇੱਕ ਬੁੱਤ ਦੀ ਬੰਦਗੀ ਦੇ ਵਿੱਚ ਚੜਾਇਆ ਗਿਆ ਹੋਵੇ, ਜਿਸ ਦੇ ਦੁਆਰਾ ਉਹਨਾਂ ਬੁੱਤਾਂ ਨੂੰ ਵਿਸ਼ਵਾਸਯੋਗਤਾ ਬਖਸ਼ੀ ਜਾਵੇ। ਇਸ ਲਈ ਉਸ ਨੇ ਆਖਿਆ, ਮੈਂ ਇਹ ਨਹੀਂ ਕਰਾਂਗਾ। ਭਾਗ ਐੜਾ, ਅਸਫਲਤਾ ਦਾ ਮੂਲ ਆਧਾਰ। ਮੈਂ ਆਪ ਨੂੰ ਕੁਝ ਕਾਰਨ ਦੱਸਾਂਗਾ ਕਿ ਉਹ ਕਿਉਂ ਅਸਫਲ ਹੋਇਆ ਸੀ। ਆਪ ਜਾਣਦੇ ਹੋ, ਹਰੇਕ ਵਾਰ ਜਦੋਂ ਵੀ ਪਰਮੇਸ਼ਰ ਆਪ ਨੂੰ ਕੁਝ ਕਠੋਰ ਜਾਂ ਸਖਤ ਕੰਮ ਕਰਨ ਦੇ ਲਈ ਦਿੰਦਾ ਹੈ, ਤਦ ਇਸ ਦੇ ਨਾ ਕਰਨ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਕੀ ਆਪ ਨੇ ਇਸ ਬਾਰੇ ਗੌਰ ਕੀਤਾ ਹੈ ਕਿ ਕਦੇ ਆਪ ਨੇ ਗਲਤ ਕੰਮ ਕਰਨ ਦੀ ਮੂਲ ਉਸਾਰੀ ਕੀਤੀ ਹੈ? ਇਸ ਨੂੰ ਕਰਨਾ ਆਸਾਨ ਹੁੰਦਾ ਹੈ ਕਿਉਂਕਿ ਹਮੇਸ਼ਾ ਹੀ ਸ਼ੈਤਾਨ ਇਸ ਦੇ ਵਿੱਚ ਜੁੜਿਆ ਹੁੰਦਾ ਹੈ ਅਤੇ ਉਸ ਨੇ ਪਹਿਲਾਂ ਹੀ ਆਪ ਦੇ ਲਈ ਉਸ ਦੀਆਂ ਸਾਰੀਆਂ ਨੀਤੀਆਂ ਨੂੰ ਤਿਆਰ ਕੀਤਾ ਹੁੰਦਾ ਹੈ
ਆਪ ਨੂੰ ਤਾਂ ਬਸ ਕਰਨਾ ਪੈਣਾ ਹੈ ਕਿ ਆਪ ਨੂੰ ਉਸ ਨੂੰ ਚੈੱਕ ਕਰਨਾ ਪੈਣਾ ਹੈ। ਨੰਬਰ 1, ਉਹ ਜ਼ੁਬਾਨ ਸੀ। ਪਹਿਲੀ ਗੱਲ ਜੋ ਉਹ ਆਪ ਸਕਦਾ ਸੀ ਉਹ ਇਹ ਸੀ, ਹੁਣ 1 ਮਿੰਟ ਰੁਕੋ, ਮੈਂ ਸਿਰਫ 14 ਸਾਲ ਦੇ ਮੇਰਾ ਭਾਵ ਹੈ। ਹੇ ਪਰਮੇਸ਼ਰ, ਇਸ ਸਭ ਦੇ ਬਾਵਜੂਦ ਤੂੰ ਕੀ ਆਸ ਕਰ ਰਿਹਾ ਹੈ? ਮੈਨੂੰ ਆਪਣੀ ਨਿਹਚਾ ਵਿੱਚ ਅਜੇ ਪਰਿਪੱਕ ਹੋਣ ਦਾ ਮੌਕਾ ਨਹੀਂ ਮਿਲਿਆ ਹੈ। ਨੰਬਰ 2, ਉਹ ਘੱਟ ਗਿਣਤੀ ਵਿੱਚ ਸੀ। ਜਾਂ ਫਿਰ ਉਹ ਆਖ ਸਕਦਾ ਸੀ, ਹੇ ਪ੍ਰਭੂ, ਸਾਡੇ ਸਾਥ 75 ਹੋਰ ਮਨੁੱਖ ਵੀ ਜੋ ਇੱਥੇ ਆਏ ਸਨ, ਕਿਵੇਂ ਹੈ ਕਿ ਸਾਡੇ ਵਿੱਚੋਂ 4 ਹੀ ਰਾਜੇ ਦੇ ਭੋਜਨ ਅਤੇ ਰਾਜੇ ਦੀ ਪੀਣ ਵਾਲੀ ਸ਼ਰਾਬ ਨੂੰ ਪ੍ਰਾਪਤ ਨਾ ਕਰਨ? ਉਹ ਬਾਕੀ ਦੇ ਲੜਕੇ ਕਿੱਥੇ ਹਨ? ਉਹ ਵੀ ਯਹੂਦੀ ਹਨ, ਉਹ ਉਸੇ ਸੱਭਿਆਚਾਰ ਵਿੱਚੋਂ ਆਏ ਹਨ। ਹੇ ਪ੍ਰਭੂ, ਅਸੀਂ ਘੱਟ ਗਿਣਤੀ ਵਿੱਚ ਹਾਂ। ਇਹ ਅੱਛਾ ਮਹਿਸੂਸ ਨਹੀਂ ਹੋਇਆ। ਮੈਂ ਘੱਟ ਗਿਣਤੀ ਵਿੱਚ ਹੋਣਾ ਪਸੰਦ ਨਹੀਂ ਕਰਦਾ। ਸਾਥੀਆਂ ਦਾ ਦਬਾਅ। ਹੇ ਪ੍ਰਭੂ, ਇਸ ਨੂੰ ਧਿਆਨ ਨਾਲ ਗੌਰ ਕਰੋ। ਤੁਹਾਡੇ ਵਿੱਚੋਂ, ਹੇ ਮਾਪਿਓ, ਕੁਝ ਕਿ ਇਹ ਸੋਚਦੇ ਹਨ ਕਿ ਜੇਕਰ ਆਪ ਆਪਣੇ ਬੱਚਿਆਂ ਨੂੰ ਇੱਕ ਮਸੀਹੀ ਸਕੂਲ ਦੇ ਵਿੱਚ ਲਗਾਓ, ਤਦ ਉਹਨਾਂ ਦੇ ਲਈ ਕੋਈ ਗਲਤ ਕੰਮ ਕਰਨ ਦੇ ਲਈ ਸਾਥੀਆਂ ਦਾ ਦਬਾਅ ਉਹਨਾਂ ਉੱਤੇ ਨਹੀਂ ਹੋਵੇਗਾ। ਇਸ ਨੂੰ ਭੁੱਲ ਜਾਓ। ਮਸੀਹੀ ਸਕੂਲਾਂ ਦੇ ਵਿੱਚ ਜੋ ਸਾਥੀਆਂ ਜਾਂ ਨਾਲ ਦਿਆਂ ਦਾ ਦਬਾਅ ਹੁੰਦਾ ਹੈ, ਉਹ ਉਹਨਾਂ ਮਹਾਨ ਨਹੀਂ ਹੁੰਦਾ ਜਿੰਨਾ ਕਿ ਆਮ ਸਕੂਲਾਂ ਦੇ ਬੱਚਿਆਂ ਵਿੱਚ ਹੁੰਦਾ ਹੈ। ਪਰ ਮੇਰੇ ਦੋਸਤੋ, ਇਹ ਉੱਥੇ ਵੀ ਪਾਇਆ ਜਾਂਦਾ ਹੈ। ਕਈ ਨੌਜਵਾਨ ਲੋਕ ਮਸੀਹ ਹਾਈ ਸਕੂਲ ਅਤੇ ਡਿਗਰੀ ਦੇ ਸਕੂਲ ਦੇ ਵਿੱਚ ਹੁੰਦੇ ਹਨ। ਇੱਥੋਂ ਤੱਕ ਕਿ ਕਾਲਜਾਂ ਵਿੱਚ ਵੀ, ਜੋ ਇਹੋ ਜਿਹੇ ਮਨੁੱਖਾਂ ਦੇ ਲਈ ਇਹ ਕਠਿਨ ਬਣਾ ਦਿੰਦੇ ਹਨ। ਜੋ ਆਖੇ, ਸਰ, ਮੈਂ ਬਾਕੀਆਂ ਨਾਲੋਂ ਅਲੱਗ ਚੱਲਣ ਜਾ ਰਿਹਾ ਹਾਂ ਅਤੇ ਉਹੀ ਕਰਨ ਜਾ ਰਿਹਾ ਹਾਂ ਜੋ ਠੀਕ ਹੈ। ਅਤੇ ਸਾਥੀਆਂ ਦਾ ਜੋ ਦਬਾਅ ਹੈ, ਇੱਥੋਂ ਤੱਕ ਕਿ ਮਸੀਹੀ ਸੰਸਥਾਵਾਂ ਵਿੱਚ ਵੀ ਇੱਕ ਜਵਾਨ ਵਿਅਕਤੀ ਦੇ ਲਈ ਬਹੁਤ ਭੈਭੀਤ ਕਰਨ ਵਾਲਾ ਹੋ ਸਕਦਾ ਹੈ। ਬਿਹਤਰ ਹੈ ਕਿ ਆਪ ਆਪਣੇ ਇਸ ਦੇ ਲਈ ਤਿਆਰ ਕਰੋ ਅਤੇ ਇਸ ਨੂੰ ਜਾਣੋ। ਨੰਬਰ 3, ਉਹ ਘਰ ਤੋਂ ਦੂਰ ਸੀ। ਕੋਈ ਵੀ ਨਹੀਂ ਸੀ ਜਾਣਨ ਲੱਗਾ ਦਾਨੀਏਲ ਅਸਫਲ ਹੋ ਸਕਦਾ ਸੀ ਅਤੇ ਇਸ ਨੂੰ ਇੱਕ ਬਹਾਨੇ ਵਜੋਂ ਇਸਤੇਮਾਲ ਕਰ ਸਕਦਾ ਸੀ ਕਿ ਉਹ ਤਾਂ ਘੱਟ ਗਿਣਤੀ ਵਿੱਚ ਸੀ, ਉਹ ਤਾਂ ਅਸਫਲ ਹੋ ਸਕਦਾ ਸੀ ਅਤੇ ਉਹ ਇਸ ਤਰ੍ਹਾਂ ਆਖ ਸਕਦਾ ਸੀ, ਮੈਂ ਤਾਂ ਘਰ ਤੋਂ ਬਹੁਤ ਦੂਰ ਹਾਂ। ਇਹ ਤਾਂ ਇੱਕ ਸੰਪੂਰਨ ਸਥਿਤੀ ਹੈ। ਮੈਂ ਹੈਕਲ ਤੋਂ ਦੂਰ ਹਾਂ, ਸੇਵਕਾਂ ਤੋਂ ਦੂਰ ਹਾਂ, ਆਪਣੇ ਮਾਪਿਆਂ ਤੋਂ ਦੂਰ ਹਾਂ, ਮੈਂ ਇੱਕ ਵਿਦੇਸ਼ੀ ਮੁਲਕ ਵਿੱਚ ਹਾਂ। ਕੋਈ ਨਹੀਂ ਸੀ ਜਾਣੇਗਾ। ਕਿਸੇ ਨੇ ਮੈਨੂੰ ਇੱਕ ਵਾਰ ਆਖਿਆ ਸੀ ਅਤੇ ਮੈਂ ਉਸ ਨੂੰ ਆਪਣੀ ਮਾਨਸਿਕ ਕਾਪੀ ਵਿੱਚ ਲਿਖਣਾ ਮੈਨੂੰ ਯਾਦ ਹੈ ਕਿ ਆਪ ਦੇ ਆਚਰਣ ਦੀ ਪ੍ਰੀਖਿਆ ਉਦੋਂ ਹੁੰਦੀ ਹੈ ਜੋ ਆਪ ਉਦੋਂ ਕਰੋਗੇ ਜੇਕਰ ਆਪ ਪੂਰੀ ਤਰ੍ਹਾਂ ਜਾਣਦੇ ਹੋਵੋ ਕਿ ਕਿਸੇ ਨੂੰ ਵੀ ਬਿਲਕੁਲ ਵੀ ਪਤਾ ਨਹੀਂ ਲੱਗੇਗਾ। ਇਹੋ ਹੀ ਹੈ ਆਪ ਦੇ ਆਚਰਣ ਦੀ ਪ੍ਰੀਖਿਆ। ਨੰਬਰ 4, ਜੇਕਰ ਉਹ ਅਣਆਗਿਆਕਾਰੀ ਕਰਦਾ ਹੈ, ਉਸ ਨੂੰ ਮਾਰਿਆ ਜਾ ਸਕਦਾ ਸੀ। ਦਾਨੀਏਲ ਇਹ ਵੀ ਜਾਣਦਾ ਸੀ ਕਿ ਜੇਕਰ ਉਸਨੇ ਨਾਫਰਮਾਨੀ ਕੀਤੀ ਅਤੇ ਰਾਜੇ ਦੇ ਦੁਆਰਾ ਉਸ ਨੂੰ ਨਾ ਜਾਣਿਆ ਗਿਆ, ਤਦ ਉਹ ਜ਼ਿਆਦਾ ਅਰਸਾ ਨਹੀਂ ਸੀ ਜੀ ਸਕਦਾ। ਉਸ ਮਨੁੱਖ ਨਬੂਕਦਨੇਜ਼ਰ ਨੇ ਇੱਕ ਅੱਛੀ ਸ਼ਖਸ ਬਣਾਈ ਹੋਈ ਸੀ। ਉਹ ਅੱਗ ਦੇ ਨਾਲ ਖੇਡਣਾ ਪਸੰਦ ਕਰਦਾ ਸੀ। ਬਸ ਉਹ ਤਾਂ ਲੋਕਾਂ ਦੇ ਨਾਲ ਅੱਗ ਦੇ ਨਾਲ ਖੇਡਣਾ ਪਸੰਦ ਕਰਦਾ ਸੀ। ਉਹ ਲੋਕਾਂ ਨੂੰ ਅੱਗ ਦੇ ਵਿੱਚ ਸੁੱਟਣਾ ਪਸੰਦ ਕਰਦਾ ਸੀ। ਇਹ ਉਸ ਦੀਆਂ 4 ਦੀਵਾਰੀ ਦੇ ਅੰਦਰ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਵਿੱਚੋਂ ਇੱਕ ਮਨਭਾਊ ਖੇਡ ਸੀ। ਜੇਕਰ ਉਹ ਕਿਸੇ ਨੂੰ ਪਸੰਦ ਨਹੀਂ ਸੀ ਕਰਦਾ, ਤਦ ਉਹ ਆਖਦਾ ਹੁੰਦਾ ਸੀ, ਇਸ ਨੂੰ ਅੱਗ ਦੇ ਵਿੱਚ ਸਿੱਟ ਦਿਓ। ਅਸਲ ਵਿੱਚ ਜਰਮੀਆਂ ਦੀ ਪੁਸਤਕ ਵਿੱਚ, ਜਿਵੇਂ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ, ਇੱਕ ਇਹੋ ਜਿਹੀ ਸਮੇਂ ਦਾ ਜ਼ਿਕਰ ਕਰਦੀ ਹੈ ਜਦੋਂ ਨਬੂਕਦਨੇਜ਼ਰ ਨੇ ਇਹ ਫੈਸਲਾ ਕੀਤਾ ਸੀ ਕਿ ਉਸਨੇ ਕਿਸੇ ਨੂੰ ਪਸੰਦ ਨਹੀਂ ਸੀ ਕੀਤਾ ਅਤੇ ਉਸਨੇ ਲੋਕਾਂ ਦੇ ਵੇਖਦਿਆਂ ਉਸ ਵਿਅਕਤੀ ਨੂੰ ਹੌਲੀ-ਹੌਲੀ, ਧੀਮੀ-ਧੀਮੀ ਰਫ਼ਤਾਰ ਦੇ ਨਾਲ ਅੱਗ ਵਿੱਚ ਭੁੰਨਿਆ ਸੀ। ਉਹ ਠੀਕ ਇਸੇ ਪ੍ਰਕਾਰ ਦਾ ਵਿਅਕਤੀ ਸੀ। ਆਪ ਨੂੰ ਉਸਦੇ ਮਹਿਲ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਸੁਣਨਾ ਆਰੰਭ ਕਰਨ ਦੇ ਲਈ ਨਹੀਂ ਸੀ ਹੋਣਾ ਪੈਣਾ। ਇਹ ਇਸ ਤਰ੍ਹਾਂ ਦੀਆਂ ਗੱਲਾਂ ਅਸਲ ਵਿੱਚ ਬਹੁਤ ਜਲਦੀ ਉੱਭਰ ਆਉਂਦੀਆਂ ਹਨ। ਇਸ ਕਰਕੇ ਜਦੋਂ ਦਾਨੀਏਲ ਆਪਣੇ ਫੈਸਲੇ ਦੇ ਬਾਰੇ ਸੋਚ ਰਿਹਾ ਹੈ, ਉਸ ਦੀ ਸੋਚ ਦੇ ਪਿੱਛੇ ਇਸ ਸਭ ਦੀ ਸੋਚ ਜ਼ਰੂਰੀ ਰਹੀ ਹੋਵੇਗੀ ਕਿ ਉਸ ਨਾਲ ਕੀ ਵਰਪੇਗਾ ਜੇਕਰ ਇਹ ਉਸ ਵਿਧੀ ਦੇ ਵਿੱਚ ਸਭ ਕੁਝ ਠੀਕ-ਠਾਕ ਨਾ ਰਿਹਾ। ਨੰਬਰ 5, ਉਹ ਇਸ ਵਿੱਚੋਂ ਖਾਣ ਅਤੇ ਪੀਣ ਦੇ ਦੁਆਰਾ ਪ੍ਰਭੂ ਦੇ ਲਈ ਲਾਭਕਾਰੀ ਹੋ ਸਕਦਾ ਸੀ। ਇਹ ਸਭ ਤੋਂ ਵੱਧ ਭ੍ਰਿਸ਼ਟ ਕੀਤੀ ਹੋਈ ਗੱਲ ਹੈ। ਸਾਡੇ ਵਿੱਚੋਂ ਸਭਨਾਂ ਨੇ ਇਸ ਦਾ ਇਸਤੇਮਾਲ ਕੀਤਾ ਹੈ। ਜਦੋਂ ਵੀ ਅਸੀਂ ਸਮਝੌਤਾ ਕੀਤਾ ਹੋਵੇ, ਆਪਣਾ ਸਿਰ ਨਾ ਹਿਲਾਓ ਜਾਂ ਫਿਰ ਆਪਣੇ ਗੁਆਂਢੀ ਨੂੰ ਚੂੰਡੀ ਨਾ ਵੱਢੋ। ਬਸ ਸੁਣੋ, ਸ਼ਾਇਦ ਉਸਨੇ ਇਹ ਦਲੀਲ ਕੀਤੀ ਹੋਵੇਗੀ, ਹੁਣ ਪ੍ਰਭੂ, ਮੈਂ ਜਾਣਦਾ ਹਾਂ ਕਿ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੈ ਅਤੇ ਮੈਂ ਜਾਣਦਾ ਹਾਂ ਮੈਨੂੰ ਇਹ ਨਹੀਂ ਕਰਨਾ ਚਾਹੀਦਾ। ਪਰ ਹੇ ਪ੍ਰਭੂ, ਮੈਂ ਸੱਚਮੁੱਚ ਅਸਲ ਵਿੱਚ ਇਸ ਰਾਤ ਦੇ ਵਿੱਚ ਤੇਰੇ ਲਈ ਇੱਕ ਆਗੂ ਹੋਣ ਦਾ ਸਥਾਨ ਪਾਉਣ ਦੀ ਲਾਲਸਾ ਰੱਖਦਾ ਹਾਂ।
ਅਤੇ हे ਪ੍ਰਭੂ, ਜੇਕਰ ਇਹ ਕਰਨ ਦੇ ਦੁਆਰਾ ਮੈਂ ਤਰੱਕੀ ਪਾ ਸਕਦਾ ਹਾਂ ਅਤੇ ਇਹੋ ਜਿਹੇ ਅਹੁਦੇ ਤੇ ਪਹੁੰਚ ਸਕਦਾ ਹਾਂ ਜਿੱਥੇ ਕਿ ਮੇਰੀ ਉੱਚੀ ਸਾਥ ਹੋਵੇ, ਤਦ ਮੈਂ ਜਾਣਦਾ ਹਾਂ ਕਿ ਆਪ ਸੱਚਮੁੱਚ ਮੈਨੂੰ ਇਸਤੇਮਾਲ ਕਰ ਸਕਦੇ ਹੋ। ਜੇਕਰ ਮੈਂ ਇਸ ਭਵਿੱਖਤਾ ਦੇ ਵਿੱਚ ਉੱਥੇ ਪਹੁੰਚ ਸਕਾਂ ਅਤੇ ਇਸ ਭਵਿੱਖਤਾ ਦੇ ਵਿੱਚ ਆਪ ਦੇ ਪ੍ਰਤੀਨਿਧੀ ਹੋ ਸਕਾਂ, हे ਪ੍ਰਭੂ, ਮੈਂ ਨਮੁੱਕਰ ਨਜ਼ਰ ਦੇ ਅੱਗੇ ਤੇਰਾ ਪ੍ਰਤੀਨਿਧੀ ਹੋਵਾਂਗਾ। ਕੀ ਇਹ ਆਤਮਿਕ ਨਹੀਂ ਹੈ? ਕਿਧਰੇ ਨਾ ਕਿਧਰੇ ਦਾਨੀਏਲ ਨੇ ਇਹ ਸਿੱਖਿਆ ਸੀ ਕਿ ਕੁਝ ਠੀਕ ਕਰਨ ਦੇ ਲਈ ਕੁਝ ਗਲਤ ਕਰਨਾ ਕਦੇ ਵੀ ਠੀਕ ਨਹੀਂ ਹੁੰਦਾ, ਅਤੇ ਉਹ ਇਸ ਤਰ੍ਹਾਂ ਨਹੀਂ ਕਰਨ ਲੱਗਾ। ਭਾਗ ਈੜੀ ਸਫਲਤਾ ਦੇ ਲਈ ਕਾਰਜ। ਮੈਂ ਆਪ ਨੂੰ ਦੱਸ ਦੇਵਾਂ ਕਿ ਉਸਨੇ ਕਿਉਂ ਨਹੀਂ ਕੀਤਾ ਸੀ। ਇਹ ਤਾਂ ਬਹੁਤ ਹੀ ਰੋਚਕ ਗੱਲ ਹੈ ਜਦੋਂ ਆਪ ਇਸ ਬਾਣੀ ਦੇ ਭਾਗ ਨੂੰ ਪੜ੍ਹਦੇ ਹੋ ਕਿ ਭਾਵੇਂ ਉਸਨੇ ਹਾਂ ਕੀਤੀ ਜਾਂ ਉਸਨੇ ਉਸ ਦਾ ਨਾਮ ਬਦਲਣ ਦੇ ਲਈ ਉਹਨਾਂ ਨੂੰ ਇਜਾਜ਼ਤ ਦਿੱਤੀ, ਉਸਨੇ ਕੋਈ ਇਸ ਦੇ ਬਾਰੇ ਇਤਰਾਜ਼ ਨਹੀਂ ਸੀ ਕੀਤਾ। ਅਤੇ ਭਾਵੇਂ ਜਦੋਂ ਉਹਨਾਂ ਨੇ ਉਹਨਾਂ ਨੂੰ ਬਾਬਲ ਦੀ ਯੂਨੀਵਰਸਿਟੀ ਵਿੱਚ ਪਾਉਣਾ ਚਾਹਿਆ ਸੀ, ਅਸੀਂ ਉੱਥੇ ਵੀ ਉਸ ਦੇ ਦੁਆਰਾ ਕੋਈ ਵਿਰੋਧ ਕੀਤਾ ਜਾਂਦਾ ਨਹੀਂ ਵੇਖਦੇ, ਅਤੇ ਉੱਥੇ ਵੀ ਸਮਝੌਤਾ ਨਹੀਂ। ਜਦੋਂ ਉਹਨਾਂ ਨੇ ਉਹਨਾਂ ਨੂੰ ਰਾਜੇ ਦੇ ਭੋਜਨ ਖਵਾਉਣ ਦੀ ਕੋਸ਼ਿਸ਼ ਕੀਤੀ, ਉਸਨੇ ਆਖਿਆ ਨਹੀਂ। ਉਸਨੇ ਲਕੀਰ ਖਿੱਚ ਦਿੱਤੀ ਸੀ। ਮੈਂ ਆਪ ਨੂੰ ਦੱਸ ਦੇਵਾਂ ਕਿ ਅਜਿਹਾ ਕਿਉਂ। ਪੁਰਾਣੇ ਨੇਮ ਵਿੱਚ ਇੱਕ ਹੋਰ ਸੱਭਿਆਚਾਰ ਦੇ ਨਾਮ ਨੂੰ ਲੈਣ ਦੇ ਵਿਰੁੱਧ ਕੋਈ ਮਨਾਹੀ ਨਹੀਂ ਹੈ। ਆਪ ਇਸ ਨੂੰ ਅਕਸਰ ਪਾਓਗੇ। ਆਪ ਇਸ ਨੂੰ ਯੂਸੁਫ ਵਿੱਚ ਵੇਖਦੇ ਹੋ, ਆਪ ਇਸ ਨੂੰ ਮੂਸਾ ਵਿੱਚ ਵੇਖਦੇ ਹੋ, ਆਪ ਇਸ ਨੂੰ ਸਾਰੇ ਪੁਰਾਣੇ ਨੇਮ ਵਿੱਚ ਵੇਖਦੇ ਹੋ। ਇਸ ਦੇ ਵਿਰੁੱਧ ਕੋਈ ਵੀ ਮਨਾਹੀ ਨਹੀਂ ਹੈ, ਇਸ ਦੇ ਵਿੱਚ ਕੋਈ ਖਰਾਬੀ ਨਹੀਂ ਹੈ। ਪੁਰਾਣੇ ਨੇਮ ਦੇ ਵਿੱਚ ਜੋ ਕੁਝ ਦੂਸਰੇ ਸੱਭਿਆਚਾਰ ਸਿਖਾਉਣ ਦੇ ਲਈ ਰੱਖਦੇ ਸਨ, ਉਸ ਨੂੰ ਸਿੱਖਣ ਦੇ ਲਈ ਜਾਣ ਦੇ ਵਿੱਚ ਕੋਈ ਮਨਾਹੀ ਨਹੀਂ ਸੀ। ਮੂਸਾ ਨੇ ਇਸ ਤਰ੍ਹਾਂ ਕੀਤਾ ਸੀ, ਯੂਸੁਫ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਪਰ ਬਾਈਬਲ ਵਿੱਚ ਉਸ ਨੂੰ ਖਾਣ ਦੇ ਵਿਰੁੱਧ ਇੱਕ ਮਜ਼ਬੂਤ ਮਨਾਹੀ ਹੈ ਜੋ ਕਿ ਬੁੱਤਾਂ ਦੇ ਅੱਗੇ ਚੜਾਇਆ ਗਿਆ ਹੋਵੇ, ਅਤੇ ਅਸ਼ੁੱਧ ਭੋਜਨ ਨੂੰ ਖਾਣ ਦੇ ਵਿਰੁੱਧ। ਅਤੇ ਹੇ ਮਨੁੱਖੋ ਅਤੇ ਔਰਤੋ, ਦਾਨੀਏਲ ਨੇ ਉੱਥੇ ਹੀ ਲਕੀਰ ਖਿੱਚੀ ਸੀ ਜਿੱਥੇ ਪਰਮੇਸ਼ਰ ਨੇ ਆਖਿਆ ਸੀ ਨਹੀਂ। ਜਿੱਥੇ ਪਰਮੇਸ਼ਰ ਨੇ ਆਖਿਆ ਸੀ ਨਹੀਂ, ਤਦ ਦਾਨੀਏਲ ਨੇ ਆਖਿਆ ਸੀ ਨਹੀਂ। ਮੈਂ ਕਦੇ-ਕਦੇ ਬਹੁਤ ਜ਼ਿਆਦਾ ਖਿਝ ਜਾਂਦਾ ਹਾਂ ਉਸ ਵਿਧੀ ਦੇ ਕਰਕੇ ਜਿਸ ਦੇ ਅਨੁਸਾਰ ਅਸੀਂ ਉਹਨਾਂ ਕੰਮਾਂ ਦੇ ਬਾਰੇ ਬਹਿਸ ਮੁਹਾਸਾ ਕਰਦੇ ਹਾਂ ਜਿੱਥੇ ਪਰਮੇਸ਼ਰ ਨੇ ਕੁਝ ਨਹੀਂ ਆਖਿਆ ਹੁੰਦਾ। ਜਦੋਂ ਅਸੀਂ ਉਹਨਾਂ ਕੰਮਾਂ ਨੂੰ ਜਿਨ੍ਹਾਂ ਦੇ ਬਾਰੇ ਪਰਮੇਸ਼ਰ ਨੇ ਆਖਿਆ ਹੁੰਦਾ ਹੈ, ਉਹਨਾਂ ਨੂੰ ਜਾਣ ਦਿੰਦੇ ਹਾਂ ਅਤੇ ਆਪਣੇ ਜੀਵਨ ਵਿੱਚ ਆਉਣ ਦਿੰਦੇ ਹਾਂ। ਦਾਨੀਏਲ ਇਹ ਜਾਣਨ ਲਈ ਕਾਫੀ ਚਤੁਰ ਸੀ ਕਿ ਉਸ ਨੂੰ ਉਹਨਾਂ ਗੱਲਾਂ ਬਾਰੇ ਚਿੰਤਾ ਨਹੀਂ ਕਰਨੀ ਪੈਣੀ ਜਿੱਥੇ ਉਸ ਨੂੰ ਪਰਮੇਸ਼ਰ ਵੱਲੋਂ ਕੋਈ ਖਬਰ ਨਹੀਂ ਸੀ। ਪਰ ਜਦੋਂ ਪਰਮੇਸ਼ਰ ਨੇ ਨਾ ਆਖਿਆ ਸੀ, ਤਦ ਬਿਹਤਰ ਹੈ ਕਿ ਉਹ ਵੀ ਨਾ ਆਖੇ। ਜੀ ਹਾਂ, ਸਾਡੇ ਇਸ ਜ਼ਮਾਨੇ ਵਿੱਚ ਸਾਨੂੰ ਕੁਝ ਨੌਜਵਾਨਾਂ ਦੀ ਕਿੰਨੀ ਜ਼ਰੂਰਤ ਹੈ ਜੋ ਉੱਥੇ ਲਕੀਰ ਖਿੱਚਣ ਦੇ ਚਾਹਵਾਨ ਹੋਣ ਜਿੱਥੇ ਪਰਮੇਸ਼ਰ ਲਕੀਰ ਖਿੱਚਦਾ ਹੈ। ਹੇ ਮਨੁੱਖੋ ਅਤੇ ਔਰਤੋ, ਪਰਮੇਸ਼ਰ ਆਖਦਾ ਹੈ ਕਿ ਕੁਝ ਕੰਮ ਗਲਤ ਹੁੰਦੇ ਹਨ। ਅਨੈਤਿਕਤਾ ਗਲਤ ਹੁੰਦੀ ਹੈ, ਵਿਚਾਰ ਗਲਤ ਹੈ, ਜਨਾਹਕਾਰੀ ਗਲਤ ਹੈ। ਪਰਮੇਸ਼ਰ ਉਸ ਲਾਈਨ ਬਹੁਤ ਸਪਸ਼ਟ ਖਿੱਚ ਚੁੱਕਾ ਹੈ। ਆਪ ਉਦੋਂ ਤੱਕ ਦਲੀਲ ਦੇ ਸਕਦੇ ਹੋ ਜਦੋਂ ਤੱਕ ਆਪ ਦਾ ਚਿਹਰਾ ਨੀਲਾ ਨਾ ਹੋ ਜਾਵੇ ਕਿ ਇਹ ਤਾਂ ਠੀਕ ਨਹੀਂ ਹੈ, ਕਿਉਂਕਿ ਸਾਡਾ ਸੱਭਿਆਚਾਰ ਇਸ ਨੂੰ ਕਰ ਰਿਹਾ ਹੈ। ਪਰ ਆਪ ਕਦੇ ਵੀ ਪਰਮੇਸ਼ਰ ਨੂੰ ਬਣਾਉਣ ਦੇ ਯੋਗ ਨਹੀਂ ਹੋ ਸਕਦੇ। ਉਹ ਉੱਥੇ ਇੱਕ ਲਕੀਰ ਖਿੱਚ ਚੁੱਕਾ ਹੈ। ਜੇਕਰ ਆਪ ਆਪਣੇ ਜੀਵਨ ਉੱਤੇ ਪਰਮੇਸ਼ਰ ਦੀ ਬਰਕਤ ਚਾਹੁੰਦੇ ਹੋ, ਤਦ ਬਿਹਤਰ ਹੈ ਕਿ ਆਪ ਉਸ ਹੌਸਲੇ ਅਤੇ ਇਖਤਿਆਰ ਨਾਲ ਦੋ ਹੱਥ ਕਰ ਲਓ ਤਾਂ ਕਿ ਆਪ ਉਸ ਤਰ੍ਹਾਂ ਖੜੇ ਹੋ ਸਕੋ ਜਿਸ ਤਰ੍ਹਾਂ ਦਾਨੀਏਲ ਖੜਾ ਹੋਇਆ ਸੀ, ਅਤੇ ਜਿਸ ਤਰ੍ਹਾਂ ਦਾਨੀਏਲ ਨੇ ਆਖਿਆ ਸੀ ਉਸੇ ਤਰ੍ਹਾਂ ਆਖ ਸਕੋ, ਮੈਂ ਆਪਣੇ ਆਪ ਨੂੰ ਭ੍ਰਸ਼ਟ ਨਹੀਂ ਕਰਾਂਗਾ ਕਿਉਂਕਿ ਪਰਮੇਸ਼ਰ ਨਾ ਆਖ ਚੁੱਕਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਬਾਬੁਲ ਆਪਣੇ ਸਮੇਂ ਦੇ ਵਿੱਚ ਸਿੱਖਿਆ ਦਾ ਮਹਾਨ ਕੇਂਦਰ ਸੀ। ਮੱਤੀ ਦੀ ਇੰਜੀਲ ਦੇ 2 ਅਧਿਆਇ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜੋ ਜੋਤਸ਼ੀ ਪ੍ਰਭੂ ਯਿਸੂ ਮਸੀਹ ਜੀ ਨੂੰ ਮੱਥਾ ਟੇਕਣ ਆਏ ਸੀ, ਉਹ ਤਾਂ ਕਸਦੀ ਲੋਕ ਸਨ। ਇਸ ਤੋਂ ਪਤਾ ਚੱਲਦਾ ਹੈ ਕਿ ਬਾਬੁਲ ਆਪਣੇ ਸਮੇਂ ਵਿੱਚ ਇੱਕ ਪ੍ਰਸਿੱਧ ਸਿੱਖਿਆ ਦਾ ਕੇਂਦਰ ਸੀ। ਅਸੀਂ ਜਾਣਿਆ ਕਿ ਜੇਕਰ ਵਿਅਕਤੀ ਮਾਨਸਿਕ ਰੂਪ ਤੇ ਆਪਣੇ ਘਰ ਵਿੱਚ ਪ੍ਰਾਪਤ ਕੀਤੀ ਹੋਈ ਸਿੱਖਿਆ ਦੇ ਉੱਤੇ ਸਥਿਰ ਹੋਵੇ ਤਾਂ ਦਾਨੀਏਲ ਵਾਂਗ ਕਿਸੇ ਦੂਜੇ ਸੱਭਿਆਚਾਰ ਅਤੇ ਭਾਸ਼ਾ ਦੀ ਸਿੱਖਿਆ ਪ੍ਰਾਪਤ ਕਰਨਾ ਕੋਈ ਗਲਤ ਗੱਲ ਨਹੀਂ ਹੈ। ਉਹਨੂੰ ਅੱਛੀ ਜਾਣਕਾਰੀ ਨੂੰ ਪ੍ਰਾਪਤ ਕਰਕੇ ਗੈਰ ਜ਼ਰੂਰੀ ਚੀਜ਼ਾਂ ਨੂੰ ਅਲੱਗ ਕਰਨਾ ਆਉਣਾ ਚਾਹੀਦਾ ਹੈ। ਅਸੀਂ ਜਾਣਿਆ ਕਿ ਨਬੂਕਦਨੇਸਰ ਦਾ ਉਦੇਸ਼ ਉਹਨਾਂ ਨੂੰ ਸਿਰਫ ਬਾਬੁਲ ਦੀ ਚੰਗੀ ਸਿੱਖਿਆ ਦੇਣਾ ਹੀ ਨਹੀਂ ਸੀ, ਪਰ ਇਹ ਉਹਨਾਂ ਨੂੰ ਭਰਮਾਉਣ ਦੀ ਇੱਕ ਵਿਧੀ ਯੋਜਨਾ ਸੀ। ਉਸ ਦਾ ਇਰਾਦਾ ਸੀ ਕਿ ਉਹ ਪੂਰੀ ਤਰ੍ਹਾਂ ਬਾਬੁਲ ਦੀ ਸੰਸਕ੍ਰਿਤੀ ਦੇ ਵਿੱਚ ਰਸ ਬਸ ਜਾਣ ਅਤੇ
ਆਪਣੀ ਸੱਭਿਆਚਾਰਕ ਵਿਰਾਸਤ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਕੇ ਸਿਰਫ ਬਾਬੁਲ ਦੇ ਮਨੁੱਖ ਵਾਂਗ ਸੋਚਣ। ਅਸੀਂ ਜਾਣਿਆ ਕਿ ਰਾਜਾ ਨਬੂਕਦਨੇਸਰ ਚਾਹੁੰਦਾ ਸੀ ਕਿ ਉਹ ਆਪਣੇ ਮਹਿਲ ਦੇ ਵਿੱਚ ਚੰਗੇ ਅਹੁਦੇ ਤੇ ਉੱਤੇ ਉਹਨਾਂ ਨੂੰ ਵਿਰਾਜਮਾਨ ਕਰੇ। ਬਾਬੁਲ ਦੇ ਲਈ ਆਪਣੀ ਜ਼ਿੰਮੇਵਾਰੀਆਂ ਨੂੰ ਉਹ ਨਿਭਾਉਣ। ਉਹ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪਣਾ ਚਾਹੁੰਦਾ ਸੀ। ਇਸ ਤੋਂ ਬਾਅਦ ਅਸੀਂ ਮਹਾਨ ਫੈਸਲੇ ਦੇ ਬਾਰੇ ਜਾਣਿਆ, ਜਿਸ ਦੇ ਲਈ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਪਹਿਲੇ ਅਧਿਆਇ ਦੀ 8 ਆਇਤ ਦੇ ਉੱਤੇ ਗੌਰ ਕੀਤਾ। ਅਸੀਂ ਵੇਖਿਆ ਕਿ ਦਾਨੀਏਲ ਨੇ ਆਪਣੀ 14 ਸਾਲ ਦੀ ਉਮਰ ਦੇ ਵਿੱਚ ਇੱਕ ਫੈਸਲਾ ਲਿਆ ਸੀ ਕਿ ਉਹ ਰਾਜੇ ਦੇ ਭੋਜਨ ਨੂੰ ਨਹੀਂ ਕਰੇਗਾ, ਕਿਉਂਕਿ ਉਹ ਭੋਜਨ ਯਹੂਦੀ ਵਿਵਸਥਾ ਦੀ ਮੰਗਾਂ ਨੂੰ ਪੂਰਾ ਨਹੀਂ ਕਰਨ ਵਾਲਾ ਸੀ। ਅਸੀਂ ਅਸਫਲਤਾ ਦੇ ਮੂਲ ਆਧਾਰ ਨੂੰ ਵੇਖਿਆ। ਅਸੀਂ ਉਹਨਾਂ ਗੱਲਾਂ ਨੂੰ ਵੇਖਿਆ ਜਿਨ੍ਹਾਂ ਕਰਕੇ ਦਾਨੀਏਲ ਅਸਫਲ ਹੋ ਸਕਦਾ ਸੀ, ਜਿਵੇਂ ਕਿ ਉਹ ਜਵਾਨ ਸੀ, ਉਹ ਸਿਰਫ 14 ਸਾਲ ਦਾ ਸੀ। ਜਦ ਉਸ ਨੇ ਰਾਜੇ ਦੇ ਸ਼ਾਹੀ ਭੋਜਨ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ ਸੀ, ਅਸੀਂ ਜਾਣਿਆ ਕਿ ਉਹ ਘੱਟ ਗਿਣਤੀ ਦੇ ਵਿੱਚ ਸੀ, ਉਹ ਘਰ ਤੋਂ ਦੂਰ ਸੀ। ਉਸਨੇ ਜੇਕਰ ਅਣਆਗਿਆਕਾਰੀਤਾ ਕੀਤੀ ਤਾਂ ਉਸ ਨੂੰ ਮਾਰਿਆ ਜਾ ਸਕਦਾ ਸੀ। ਅਸੀਂ ਹੋਰ ਵੀ ਕਈ ਗੱਲਾਂ ਨੂੰ ਜਾਣਿਆ ਕਿ ਦਾਨੀਏਲ ਨੇ ਆਪਣੇ ਆਪ ਨੂੰ ਪਵਿੱਤਰ ਰੱਖਣ ਦੇ ਲਈ ਕਿੰਨੇ ਕਠੋਰ ਫੈਸਲੇ ਲਏ। ਜੇਕਰ ਉਹ ਇਹਨਾਂ ਵਿੱਚੋਂ ਕਿਸੇ ਵੀ ਗੱਲ ਦੇ ਵਿੱਚ ਅਸਫਲ ਹੋ ਜਾਂਦਾ ਤਾਂ ਉਸ ਨੂੰ ਉਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਸੀ। ਪਰ ਉਸ ਦਾ ਆਪਣੇ ਪਰਮੇਸ਼ਰ ਦੇ ਉੱਤੇ ਦ੍ਰਿੜ ਵਿਸ਼ਵਾਸ ਸੀ। ਉਹ ਵਿਪਰੀਤ ਪਰਿਸਥਿਤੀਆਂ ਦੇ ਵਿੱਚ ਵੀ ਆਪਣੇ ਵਿਸ਼ਵਾਸ ਵਿੱਚ ਬਣਿਆ ਰਿਹਾ। ਦੋਸਤੋ, ਦਾਨੀਏਲ ਨਬੀ ਦੀ ਇਹ ਕਹਾਣੀ ਸੱਚਮੁੱਚ ਸਾਡੇ ਸਾਰਿਆਂ ਦੇ ਲਈ, ਖਾਸ ਕਰਕੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਹੈ ਕਿ ਉਹ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਿਵੇਂ ਆਪਣੇ ਪਰਮੇਸ਼ਵਰ ਅਤੇ ਸਿਰਜਣਹਾਰ ਦੇ ਉੱਤੇ ਭਰੋਸਾ ਰੱਖ ਸਕਦੇ ਹਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਭਨਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਹਾਂ ਤਾਂ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸੋ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਇੱਕ ਵਾਰ ਫਿਰ ਤੋਂ ਅਸੀਂ ਦਾਨੀਏਲ ਦੀ ਪੁਸਤਕ ਦੇ ਅਧਿਐਨ ਨੂੰ ਕਰ ਸਕੇ। ਪ੍ਰਭੂ ਜੀ, ਅੱਜ ਦੇ ਅਧਿਐਨ ਤੋਂ ਤੁਸੀਂ ਸਾਨੂੰ ਸਿਖਾਇਆ ਕਿ ਪ੍ਰਭੂ ਜੀ ਫੈਸਲਾ ਲੈਣਾ ਕੀ ਹੁੰਦਾ ਹੈ। ਤੁਸੀਂ ਸਿਖਾਇਆ ਕਿ ਇਸ ਫੈਸਲੇ ਤੋਂ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ। ਪਰ ਪ੍ਰਭੂ ਜੀ, ਜਿਹੜੇ ਵੀ ਤੁਹਾਡੇ ਤੇ ਵਿਸ਼ਵਾਸ ਕਰਦੇ ਆ, ਤੁਸੀਂ ਉਹਨਾਂ ਦੇ ਫੈਸਲਿਆਂ ਦਾ ਆਦਰ ਕਰਦੇ ਹੋ ਔਰ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋ। ਪ੍ਰਭੂ ਜੀ, ਦਾਨੀਏਲ ਨੇ ਤੁਹਾਡੇ ਵਿਧੀਆਂ ਦੇ ਅਨੁਸਾਰ, ਤੁਹਾਡੇ ਵਚਨ ਦੇ ਅਨੁਸਾਰ ਫੈਸਲਾ ਲਿਆ ਔਰ ਤੁਸੀਂ ਉਹਦੀ ਨਿਗਹਿਬਾਨੀ ਕੀਤੀ ਔਰ ਉਹਨੂੰ ਉੱਚਾ ਚੁੱਕਿਆ। ਅੱਜ ਪਿਤਾ ਪਰਮੇਸ਼ਰ, ਅਸੀਂ ਜਿੰਨਾ ਵੀ ਗੱਲਾਂ ਨੂੰ ਤੇਰੇ ਵਚਨ ਤੋਂ ਸਿੱਖਿਆ, ਪ੍ਰਭੂ ਜੀ, ਉਹਨਾਂ ਸਾਰਿਆਂ ਦੇ ਅਨੁਸਾਰ ਸਾਨੂੰ ਆਸ਼ੀਸ਼ ਤੇ ਬਰਕਤ ਦਿਓ। ਸਾਡੇ ਬੰਧਨਾਂ ਤੋਂ ਸਾਨੂੰ ਆਜ਼ਾਦ ਕਰੋ। ਸਾਨੂੰ ਪਿਤਾ ਪਰਮੇਸ਼ਰ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਕਰੋ। ਸਾਡੀ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਜੀ ਦੇ ਨਾਮ 'ਚ ਕਬੂਲ ਕਰੋ। ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।